forfeiture of shares। forfeiture of shares ਕਿੱਦਾਂ ਹੁੰਦਾ ਬੱਚੇ, ਜਦੋਂ forfeit ਕਰ ਲਏ ਜਾਂਦੇ ਨੇ shares ਤੇ ਜਿੱਦਾਂ ਕਿਸੇ ਵੀ person ਨੂੰ ਤੋਂ ਕੰਪਨੀ ਇੰਸਟਾਲਮੈਂਟਸ ਦੇ ਵਿੱਚ ਪੈਸਾ ਮੰਗਵਾਉਂਦੀ ਹੈ। ਕੁਛ ਕੁ ਲੋਕ ਏਦਾਂ ਹੁੰਦੇ ਆ ਜਿਹੜੇ ਪੇਮੈਂਟ ਕਰ ਦਿੰਦੇ ਨੇ, ਕੁਛ ਕਹਿੰਦੇ ਨੇ ਅਸੀਂ ਬਾਅਦ ਚ ਕਰਾਂਗੇ, ਬਟ ਕਈ ਏਦਾਂ ਦੇ ਹੁੰਦੇ ਜਿਹੜੇ ਨਹੀਂ ਕਰਦੇ, ਤਾਂ ਫਿਰ ਉੱਥੇ ਕੰਪਨੀ ਨੂੰ ਕੀ ਕਰਨਾ ਪੈਂਦਾ, ਉਹਨਾਂ ਦੇ ਸ਼ੇਅਰਸ ਫੋਰਫੀਟ ਕਰ ਲੈਂਦੀ ਹੈ ਕੰਪਨੀ ਕਿ ਅੱਗੇ ਤੋਂ ਕੋਈ ਲੋਕ ਇਸ ਤਰ੍ਹਾਂ ਦਾ ਕੰਮ ਨਾ ਕਰਨ, ਕਿਉਂਕਿ ਲੋਕੀ ਇੱਕ ਇੱਕ ਦੋ ਦੋ ਇੰਸਟਾਲਮੈਂਟ ਭੇਜ ਕੇ ਦੁਬਾਰਾ ਫਿਰ ਕੰਪਨੀ ਵੇਟ ਕਰਦੀ ਰਹਿੰਦੀ ਹੈ, ਉਹ ਅੱਗੇ ਨਹੀਂ ਪੈਸਾ ਮੰਗਵਾਉਂਦੀ। ਸੋ ਇੱਥੇ ਕੰਪਨੀ ਨੂੰ ਹੈ ਜਿਹੜੀ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ। ਹਾਂਜੀ ਬੇਟੇ, ਤਾਂ ਇਹਦੇ ਲਈ ਆਪਾਂ ਜਰਨਲ ਐਂਟਰੀਜ਼ ਪਾਉਣੀਆਂ ਹੁੰਦੀਆਂ, ਸ਼ੇਅਰ ਕੈਪੀਟਲ, ਫੋਰਫੀਚਰ ਤੇ ਅਲਾਟਮੈਂਟ ਕਿੰਨੀ ਦਿੱਤੀ ਉਹਨੇ, ਤੇ ਬਾਕੀ ਹੋਰ ਚੀਜ਼ਾਂ ਨੇ ਜੋ ਉਹ ਕਿੰਨੀਆਂ ਪੇਮੈਂਟ ਨਹੀਂ ਕੀਤੀਆਂ। ਠੀਕ ਹੈ, ਇਹਦੇ ਨਾਲ ਦੇ ਕੁਐਸਚਨ ਬੇਟਾ ਮੈਂ ਤੁਹਾਨੂੰ ਕਰਵਾਤੇ ਸੀਗੇ ਬਹੁਤ ਚੰਗੀ ਤਰ੍ਹਾਂ। ਤੇ ਨੈਕਸਟ ਟੌਪਿਕ ਸੀਗਾ ਆਪਣਾ ਫੋਰਫੀਚਰ ਆਫ ਸ਼ੇਅਰ ਇਸ਼ੂਡ ਐਟ ਪ੍ਰੀਮੀਅਮ। ਜਦੋਂ ਸ਼ੇਅਰਸ ਨੂੰ ਆਪਾਂ ਫੋਰਫੀਟ ਕਰਦੇ ਹਾਂ, ਠੀਕ ਹੈ, ਤਾਂ ਉੱਥੇ ਪ੍ਰੀਮੀਅਮ ਤੇ ਆਪਾਂ ਜੇ ਉੱਥੇ ਪ੍ਰੀਮੀਅਮ ਲੈਣਾ ਹੋਵੇ ਕਿਸੇ ਤੋਂ, ਫਿਰ ਉਹ ਉੱਥੇ ਕੀ ਕੇਸ ਹੋਏਗਾ। ਠੀਕ ਹੈ, ਤਾਂ ਉਹਦੇ ਲਈ ਆਪਾਂ ਦੇਖਦੇ ਹਾਂ ਫੋਰਫੀਚਰ ਆਫ ਸ਼ੇਅਰ ਐਟ ਪ੍ਰੀਮੀਅਮ। ਇਹ ਕੀ ਹੁੰਦਾ, if share were initially issued at a premium and the premium amount has been fully realized but some of the share are forfeited due to non-payment of call money, the accounting for treatment forfeiture shall be on the same pattern in the case share issued at par। ਠੀਕ ਹੈ, ਜੇ ਬੱਚੇ ਕੰਪਨੀ ਨੇ ਪੇਮੈਂਟ ਲੈਣੀ ਹੈ, ਠੀਕ ਹੈ, ਕਿਸੇ ਸ਼ੇਅਰ ਹੋਲਡਰ ਤੋਂ, ਬਟ ਉਹ ਪਰਸਨ ਨੇ ਤੋਂ ਉਹਨੇ ਅਲਾਟਮੈਂਟ ਤਾਂ ਪੇ ਕਰਤੀ, ਠੀਕ ਹੈ, ਤੇ ਅਲਾਟਮੈਂਟ ਦੇ ਵਿੱਚ ਸੀਗਾ ਪ੍ਰੀਮੀਅਮ, ਤਾਂ ਉੱਥੇ ਕੋਈ ਦਿੱਕਤ ਨਹੀਂ ਹੈ, ਉੱਥੇ ਸਿੱਧਾ ਚੱਲੇਗਾ ਕੰਮ। ਪਰ ਉਸ ਤੋਂ ਬਾਅਦ ਕੀ ਹੈ, ਦਾ ਇੰਪੋਰਟੈਂਟ ਪੁਆਇੰਟ ਟੂ ਬੀ ਨੋਟਡ in the context is that securities premium account is not to be debited at time of forfeiture if a premium has received in respect। ਹੁਣ ਦੇਖੋ ਬੇਟਾ ਇੱਥੇ ਇਹ ਲਾਈਨ ਬਹੁਤ ਇੰਪੋਰਟੈਂਟ ਹੈ, ਨੋਟ ਕਰਨ ਵਾਲੀ ਹੈ। ਜੇ ਕਹਿੰਦੇ ਤੁਸੀਂ ਪਹਿਲਾਂ ਹੀ ਪ੍ਰੀਮੀਅਮ ਹੈ ਜਿਹੜਾ ਉਹ ਰਿਸੀਵ ਕਰ ਲਿਆ, ਠੀਕ ਹੈ, ਤਾਂ ਤੁਸੀਂ ਉਹਨੂੰ ਦੁਬਾਰਾ ਨਹੀਂ ਮੰਗਵਾ ਸਕਦੇ। ਕਹਿੰਦੇ the time of forfeiture if the premium has been received in respect of forfeited share and the amount of forfeiture shall be excluded from premium amount। ਠੀਕ ਹੈ, ਤਾਂ ਜਿਹੜਾ ਉਹਨਾਂ ਰਿਸੀਵ ਕਰ ਲਿਆ ਉਹਨੂੰ ਨਹੀਂ ਮੰਗਵਾਵਾਂਗੇ। ਇਫ ਦਾ ਹੁਣ ਅਗਲਾ ਕੀ ਹੈ, ਦੇਖੋ ਬੱਚੇ ਆਪਣੀ ਬੁੱਕ ਤੇ ਪਲੀਜ਼ ਇਹਨੂੰ ਅੰਡਰਲਾਈਨ ਕਰ ਲਿਓ ਬੇਟਾ, ਬਹੁਤ ਇੰਪੋਰਟੈਂਟ ਹੈ। ਜਦੋਂ ਤੁਸੀਂ ਰਿਵੀਜ਼ਨ ਲਈ ਬੁੱਕ ਖੋਲੋਗੇ ਕਦੇ ਵੀ, ਹੈ ਨਾ, ਤਾਂ ਉੱਥੇ ਤੁਹਾਨੂੰ ਯਾਦ ਆ ਜਾਊਗਾ ਕਿ ਇਹ ਚੀਜ਼ ਏਦਾਂ ਹੁੰਦੀ ਹੈ। ਇਨ ਕੇਸ ਹੋਵਰ ਇਫ ਪ੍ਰੀਮੀਅਮ ਅਮਾਊਂਟ ਹੈਜ਼ ਨਾਟ ਬੀਨ ਰਿਸੀਵਡ either wholly or partly in respect of share forfeited, the security premium account will be debited with the amount of premium not received। ਕੰਪਨੀ ਨੇ ਜਿਹੜਾ ਪ੍ਰੀਮੀਅਮ ਮੰਗਵਾਇਆ, ਠੀਕ ਹੈ, ਜੇ ਤਾਂ ਜਿਹੜੀ ਚੀਜ਼ ਦੇ ਵਿੱਚ ਕੰਪਨੀ ਨੇ ਪ੍ਰੀਮੀਅਮ ਮੰਗਵਾਇਆ, ਅਗਰ ਤਾਂ ਇੰਸਟਾਲਮੈਂਟ ਉਹ ਵਾਲੀ ਲੋਕਾਂ ਨੇ ਪੇ ਕਰਤੀ, ਉਹ ਜੋ ਕੋਈ ਵੀ ਨਹੀਂ ਪੈਂਡਿੰਗ ਹੈਗਾ, ਠੀਕ ਹੈ, ਤੇ ਕੁਐਸਚਨ ਦੇ ਵਿੱਚ ਕਿਤੇ ਲਿਖਿਆ ਵੀ ਨਹੀਂ ਹੋਇਆ ਵੀ ਇਹ ਵਾਲੇ ਸ਼ੇਅਰ ਹੋਲਡਰਸ ਨੇ ਜਿਹੜੇ ਆਪਾਂ ਇਹਨਾਂ ਤੋਂ ਪੈਸੇ ਲੈਣੇ ਨੇ ਜਾਂ ਨਹੀਂ ਲੈਣੇ, ਠੀਕ ਹੈ, ਜਾਂ
मतलब जे लैने होंगे तो प्रॉपर थोनू मैंशन किया होंगे। जे उत्थे प्रीमियम वाली इंस्टॉलमेंट बारे नहीं कुछ लिखा है तो इसका मतलब की है कि प्रीमियम आ चुके हैं, थोनू कुछ भी करने की जरूरत नहीं है। पर अगर शेयर होल्डर्स ने ऐदा प्रीमियम नहीं पे किया तो उत्थे कंपनी की करती है, वो प्रीमियम भी मंगवाउंदी है। तो जिहड़ा प्रीमियम पहला अलॉटमेंट दे ड्यू दे विच डेबिट होया हुंदा है, उहदे विच जिन्नी अमाउंट नहीं आई ਉਹਨੂੰ ਇੱਥੇ ਹੁਣ ਆਪਾਂ ਕੀ ਕਰਾਂਗੇ ਕ੍ਰੈਡਿਟ ਕ੍ਰੈਡਿਟ ਕੀਤਾ ਹੁੰਦਾ ਹੈ ਉਹਨੂੰ ਉੱਥੇ ਡਿਊ ਵਾਲੀ ਐਂਟਰੀ ਦੇ ਵਿੱਚ, ਉਹਨੂੰ ਬਾਅਦ ਚ ਅਸੀਂ ਕੀ ਕਰਦੇ ਆ ਫਿਰ ਡੈਬਿਟ ਕਰਦੇ ਆ। ਹਾਂਜੀ ਕੀ ਲਿਖਾਂਗੇ ਆਪਾਂ ਸ਼ੇਅਰ ਕੈਪੀਟਲ ਅਕਾਊਂਟ ਸਿਕਿਉਰਿਟੀ ਪ੍ਰੀਮੀਅਮ ਜਿੰਨਾ ਨਹੀਂ ਆਇਆ। ਦੇਖੋ ਸ਼ੇਅਰ ਕੈਪੀਟਲ ਕੀ ਹੋਏਗਾ ਬੇਟਾ, ਸ਼ੇਅਰ ਕੈਪੀਟਲ ਜਿੰਨੇ ਪੈਸੇ ਆਪਾਂ ਤੋਂ ਮੰਗਵਾਏ ਨੇ, ਤੁਹਾਨੂੰ ਦੱਸਿਆ ਸੀ ਨਾ ਵੀ ਕਾਲਡ ਅਪ ਕੈਪੀਟਲ ਵੀ ਕਈ ਵਾਰ ਤਾਂ ਕੰਪਨੀ ਕੀ ਕਰਦੀ ਹੈ। ਇਹ ਪੁਆਇੰਟ ਬਹੁਤ ਇੰਪੋਰਟੈਂਟ ਨੇ। ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਰਾਜੇਸ਼ ਤੁਹਾਨੂੰ ਸਾਰਿਆਂ ਨੂੰ? ਹਾਂਜੀ ਨਵਦੀਪ ਤੁਹਾਨੂੰ ਤਾਂ ਆ ਰਹੀ ਹੈ? ਹੋਰ ਦੱਸੋ ਰਾਜੇ ਸਾਰਿਆਂ ਨੂੰ ਮੇਰੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ? ਜੋ ਵੀ ਮੈਂ ਹਾਂ ਨਵਪ੍ਰੀਤ ਓਕੇ ਬੱਚੇ, ਤੇ ਕੁਲਵਿੰਦਰ ਵੀ ਹੈਗਾ ਆਪਣੇ ਨਾਲ। ਕੁਲਵਿੰਦਰ ਬੱਚੇ ਆਵਾਜ਼ ਦੱਸੋ ਸਹੀ ਆ ਰਹੀ ਹੈ? ਓਕੇ ਠੀਕ ਹੈ ਰਾਜੇ। ਸ਼ੇਅਰ ਕੈਪੀਟਲ ਬੇਟਾ ਉਹ ਹੁੰਦਾ ਹੈ ਇੱਥੇ ਜਿੰਨੇ ਪੈਸੇ ਕੰਪਨੀ ਨੇ ਮੰਗਵਾਏ ਸੀ, ਜਿੰਨੇ ਪੈਸੇ ਕੰਪਨੀ ਨੇ ਉਸ ਉਹਨੇ ਸ਼ੇਅਰ ਸ਼ੇਅਰਸ ਹੋਲਡਰ ਤੋਂ ਮੰਗਵਾਏ ਸੀਗੇ। ਮੰਨ ਲਓ ਇੱਕ ਪਹਿਲਾਂ ਕੰਪਨੀ ਨੇ ਕੀ ਕੀਤਾ, ਐਪਲੀਕੇਸ਼ਨ ਮਨੀ ਭੇਜਤੀ ਪਰਸਨ ਨੇ, ਅਲਾਟਮੈਂਟ ਮੰਗਵਾਈ ਕੰਪਨੀ ਨੇ, ਉਹ ਨਹੀਂ ਦਿੱਤੀ। ਜਦੋਂ ਕੰਪਨੀ ਨੇ ਫਸਟ ਕਾਲ ਮੰਗਵਾਈ ਤਾਂ ਕੰਪਨੀ ਨੇ ਕੀ ਕੀਤਾ, ਇਹਨੂੰ ਅਲਾਟਮੈਂਟ ਤੋਂ ਬਾਅਦ ਉੱਥੇ ਨਾ ਤੁਹਾਨੂੰ ਕੁਐਸਚਨ 'ਚ ਬੇਟਾ ਲਿਖਿਆ ਹੁੰਦਾ ਪ੍ਰੋਪਰ ਵੀ ਆਫਟਰ ਇਹ ਵਾਲੀ ਚੀਜ਼ ਤੋਂ ਬਾਅਦ ਜਿਹੜੀ ਹੈਗੀ ਕੰਪਨੀ ਨੇ ਅਲਾਟਮੈਂਟ ਹੈ ਜਿਹੜੀ ਕੀ ਕਰਦੀ, ਸੌਰੀ ਸ਼ੇਅਰਸ ਨੇ ਜਿਹੜੇ ਉਹ ਫੋਰਫੀਟ ਕਰ ਲਏ। ਤਾਂ ਤੁਸੀਂ ਧਿਆਨ ਰੱਖਣਾ ਉਹ ਚੀਜ਼ ਇੱਥੇ ਸ਼ੋ ਕਰਾਂਗੇ ਆਪਾਂ ਸ਼ੇਅਰ ਕੈਪੀਟਲ ਤੇ ਕਿ ਕੰਪਨੀ ਨੇ ਤੋਂ ਕਿੰਨੇ ਪੈਸੇ ਟੋਟਲ ਮੰਗਵਾਏ ਸੀ, ਠੀਕ ਹੈ, ਉਹਦੇ ਵਿੱਚੋਂ ਕਿੰਨੇ ਉਹਦੇ ਫੋਰਫੀਟ ਹੋ ਗਏ ਜਿਹੜੇ ਆ ਚੁੱਕੇ ਸੀਗੇ, ਤੇ ਕਿੰਨੇ ਨੇ ਜਿਹੜੇ ਉਹਨੇ ਨਹੀਂ ਦਿੱਤੇ ਮਤਲਬ ਜ਼ਿਆਦਾ ਉਹਨੇ ਅਲਾਟਮੈਂਟ ਨਹੀਂ ਦਿੱਤੀ ਹੋਣੀ, ਠੀਕ ਹੈ, ਤੇ ਜਾਂ ਹੋਰ ਉਹਨੇ ਕਾਲਸ ਨਹੀਂ ਦਿੱਤੀਆਂ ਹੋਣੀਆਂ। ਇੱਕ ਗੱਲ ਦਾ ਧਿਆਨ ਰੱਖਿਓ ਜੇ ਅਲਾਟਮੈਂਟ ਦੇ ਨਾਲ ਪ੍ਰੀਮੀਅਮ ਲੱਗਿਆ ਹੋਇਆ ਤਾਂ ਇਹਦਾ ਮਤਲਬ ਉਹਨੇ ਪ੍ਰੀਮੀਅਮ ਵੀ ਨਹੀਂ ਦਿੱਤਾ। ਫਿਰ ਉੱਥੇ ਆਪਾਂ ਪ੍ਰੀਮੀਅਮ ਦੀ ਸਿਕਿਉਰਿਟੀ ਪ੍ਰੀਮੀਅਮ ਦੀ ਐਂਟਰੀ ਕੀ ਕਰ ਦਾਂਗੇ, ਡੈਬਿਟ। ਇੰਨਾ ਕੁ ਪੁਆਇੰਟ ਕਲੀਅਰ ਹੈ ਬੱਚੇ ਸਾਰਿਆਂ ਨੂੰ? ਜੇ ਕੁਝ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਜੇ ਕੋਈ ਵੀ ਡਾਊਟ ਲੱਗ ਰਿਹਾ। ਹਾਂਜੀ ਰਾਜੇ ਜੇ ਕੁਛ ਵੀ ਪੁੱਛਣਾ ਮਾਈਂਡ 'ਚ ਕੁਛ ਵੀ ਤੁਹਾਡੇ ਆ ਰਹੀ ਹੈ ਏਦਾਂ ਦੀ ਗੱਲ ਕਿ ਕੁਛ ਡਾਊਟ ਲੱਗ ਰਿਹਾ ਤਾਂ ਉਹਨੂੰ ਨਾਲ ਦੀ ਨਾਲ ਕਲੀਅਰ ਕਰ ਲਓ, ਕੋਈ ਪ੍ਰੋਬਲਮ ਹੀ ਨਹੀਂ ਹੈਗੀ ਰਾਜੇ। ਜਿਹੜਾ ਅਗਲਾ ਕੁਐਸਚਨ ਆਊਗਾ ਇਹਦਾ ਉਹ ਆਪਾਂ ਡਿਸਕਸ ਕਰਾਂਗੇ ਚੰਗੀ ਤਰ੍ਹਾਂ। ਹਾਂਜੀ ਬੱਚੇ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਵੀ ਕਿਹੜੀ ਐਂਟਰੀ ਕਿਵੇਂ ਹੈ। ਸਮਝ ਆ ਗਿਆ, ਕਲੀਅਰ ਹੋ ਗਿਆ, ਵੈਰੀ ਗੁੱਡ। ਕੁਲਵਿੰਦਰ ਕੁਛ ਪੁੱਛਣਾ ਰਾਜੇ? मैम आप forfeiture of share issue at a premium वाला दस दो। ਉਹੀ ਦੱਸ ਰਹੀ ਹਾਂ ਰਾਜੇ, ਇਹੀ ਤਾਂ ਕਰਵਾਇਆ ਮੈਂ ਹੁਣ। ਪ੍ਰੀਮੀਅਮ ਦਾ ਮਤਲਬ ਰਾਜੇ ਵੀ ਜੇ ਕੰਪਨੀ ਨੇ ਕਿਸੇ ਤੋਂ ਪੈਸੇ ਮੰਗਵਾਏ ਸੀਗੇ, ਕਿਸ਼ਤਾਂ ਮੰਗਵਾਈਆਂ ਸੀਗੀਆਂ, ਐਪਲੀਕੇਸ਼ਨ ਮਨੀ ਭੇਜਤੀ, ਉਸ ਤੋਂ ਬਾਅਦ ਅਲਾਟਮੈਂਟ ਤੇ ਪ੍ਰੀਮੀਅਮ ਸੀਗਾ, ਉਹ ਪਰਸਨ ਕੱਲੀ ਐਪਲੀਕੇਸ਼ਨ ਮਨੀ ਭੇਜ ਕੇ ਮੁੜ ਕੇ ਨਾ ਉਹਨੇ ਅਲਾਟਮੈਂਟ ਦਿੱਤੀ ਹੈ ਨਾ ਕਾਲ ਦਿੱਤੀ ਹੈ, ਠੀਕ ਹੈ। ਤੇ ਕੰਪਨੀ ਕਹੇਗੀ, ਕੰਪਨੀ ਦੱਸੇਗੀ ਵੀ ਕਿਸ ਚੀਜ਼ ਤੋਂ ਬਾਅਦ ਕੰਪਨੀ ਨੇ ਉਹ ਬੰਦੇ ਦੇ ਸ਼ੇਅਰਸ ਨੇ ਜਿਹੜੇ ਫੋਰਫੀਟ ਕੀਤੇ ਨੇ। ਜੇ ਮੰਨ ਲਓ ਅਲਾਟਮੈਂਟ ਦੇ ਨਾਲ ਪ੍ਰੀਮੀਅਮ ਵੀ ਦਿੱਤਾ ਹੋਇਆ ਕੁਐਸਚਨ ਦੇ ਵਿੱਚ ਤੇ ਉਹ ਪਰਸਨ ਨੇ ਅਲਾਟਮੈਂਟ ਨਹੀਂ ਦਿੱਤੀ ਤਾਂ ਤੁਸੀਂ ਕੀ ਕਰੋਗੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਪਰਸਨ ਦੀ ਅਲਾਟਮੈਂਟ ਨਹੀਂ ਦਿੱਤੀ ਤਾਂ ਓਬਵੀਅਸਲੀ ਪ੍ਰੀਮੀਅਮ ਵੀ ਨਹੀਂ ਦਿੱਤਾ। ਸੋ ਇੱਥੇ ਜਿਹੜਾ ਪ੍ਰੀਮੀਅਮ ਆਪਾਂ ਪਹਿਲਾਂ ਸ਼ੇਅਰ ਕੈਪੀਟਲ ਜਿੰਨੇ ਕੰਪਨੀ ਨੇ ਉਸ ਪਰਸਨ ਤੋਂ ਪੈਸੇ ਮੰਗਵਾਏ ਸੀਗੇ
ठीक है, उन्ने आ जाएंगे। उस तो बाद सिक्योरिटी प्रीमियम, जे उन्हें प्रीमियम की पेमेंट नहीं की तो उस तो बाद शेयर फॉरफीचर जिन्हें उन्हें भेजते सीगे वो आप फॉरफिट कर लांगे। ते उस तो बाद जेडी जेडी नहीं आए वो आप शो कर देंगे। अगर अलॉटमेंट नहीं आई टू अलॉटमेंट, अगर कॉल्स नहीं पे कीतियां तां टू कॉल्स। ठीक है राजे, इन्ना क पता चल गया। हुण नैक्सट आपां करदे हां इलस्ट्रेशन। देखो बेटा तुहाडी स्क्रीन ते शो हो रही है। Sahil, a shareholder, failed to pay money for second and final call of rupees 20 on 1000 shares. एक पर्सन है, ਉਹਦਾ ਨਾਮ ਹੈਗਾ ਸਾਹਿਲ। ਉਹਨੇ ਕੀ ਨਹੀਂ ਪੇਮੈਂਟ ਕੀਤੀ ਰਾਜੇ, ਉਹਨੇ ਸੈਕਿੰਡ ਕਾਲ ਤੇ ਫਾਈਨਲ ਕਾਲ ਨਹੀਂ ਪੇ ਕੀਤੀ ਹੈਗੀ 1000 ਸ਼ੇਅਰਸ ਤੇ 1000 shares issued to him at 120, यानी कि 120 रुपीज ਦੀ पेमेंट ਸੀਗੀ, 100 रुपीज फेस वैल्यू ਸੀਗੀ। ਉਹਦੇ शेयर फॉरफिट कर ले गए ने किस तो बाद his share were forfeited after second call। ਇਹਦਾ ਮਤਲਬ ਇੱਥੇ ਪ੍ਰੀਮੀਅਮ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਤਾਂ ਪ੍ਰੀਮੀਅਮ ਸੈਕਿੰਡ ਤੇ ਫਾਈਨਲ ਕਾਲ ਦੇ ਨਾਲ ਐਡ ਹੀ ਨਹੀਂ ਸੀਗਾ, ऑलरेडी प्रीमियम जा चुकिया होना। सो इत्थे आपां हुण किहदे नाल लेके चलांगे, 100 रुपीज नाल क्वेश्चन करांगे, ठीक है ना। जे प्रीमियम उन्हें पे ना कीता हुंदा फिर आपां 120 दी होगी, 100 into 1000 कितना बन गया राजे 1 लाख रुपए। ते उन्हें पेमेंट कितनी नहीं कीती, 100 into 20 सॉरी हाँ जी 1000 into 20 1000 into 20 1000 आ गया। ते उन्हें जिहड़ी चीज दे रखी है मतलब बकाया 100 दे विचों उन्हें 20 रुपए नहीं, बाकी सारे दे रखे ते जले ने। क्लियर हो गया जी क्वेश्चन। नेक्स्ट क्वेश्चन देखो, सुनैना a share holding 500 shares of 10 each, ठीक है 500 नहीं 10 each है। did not pay allotment money of rupees 4 per share including। ਹੁਣ ਇੱਥੇ ਕਲੀਅਰ ਦਿਖ ਰਿਹਾ ਬੇਟਾ ਸਾਨੂੰ ਕਿ 5000 ਸ਼ੇਅਰ ਤੇ ਉਹਨੇ 2 ਰੁਪਏ ਦੇ ਹਿਸਾਬ ਨਾਲ ਪ੍ਰੀਮੀਅਮ ਵੀ ਨਹੀਂ ਪੇ ਕੀਤਾ। and the first and final call of ₹3 her share were forfeited after first and final call। so first of final call तक ਆਪਾਂ ਦੇਖਣਾ ਹੈ ਕਿ total amount ਕਿੰਨੀ ਬਣ ਰਹੀ ਹੈ। 10 रुपीज पर शेयर है, इस दे विचों 2 रुपीज ਦਾ ਤਾਂ ਆਪਾਂ ਪ੍ਰੀਮੀਅਮ ਦੀ ਅਮਾਉਂਟ ਕੱਢ ਦੋ। ਇੱਥੇ 2 रुपीज ਦਾ ਪ੍ਰੀਮੀਅਮ ਤਾਂ ਆਪਾਂ ਅਲੱਗ ਹੀ ਸ਼ੋ ਕਰਦੇ ਹਾਂ, ਪ੍ਰੀਮੀਅਮ ਦਾ ਤਾਂ ਆ ਰਹਿ ਗਏ ਇੱਥੇ। ਤਾਂ ਇਹਦਾ ਮਤਲਬ ਕੀ ਹੈ ਕਿ ਆਪਾਂ ਉਹਦੇ ਤੋਂ 10 ਦੇ 10 रुपीज ਮੰਗਾ ਲਏ ਸੀਗੇ, ਇਸ ਕਰਕੇ 500 into 10 ਆਪਾਂ ਨੇ ਇੱਥੇ ਮਲਟੀਪਲਾਈ ਕਰਕੇ ਕਿੱਥੇ ਲਿਖਿਆ, ਇਹ ਲਿਖਿਆ ਇੱਥੇ ਸ਼ੇਅਰ ਕੈਪੀਟਲ ਤੇ। ਸਮਝ ਰਹੇ ਹੋ ਰਾਜੇ ਮੇਰੀ ਗੱਲ। 500 शेयर ਸੀਗੇ 10 रुपीज each शेयर ਸੀ ਤੇ ਉਹਨਾਂ ਨੇ ਸਾਫ਼-ਸਾਫ਼ ਲਿਖਤਾ कि did not pay allotment money, ठीक है ਤੇ फर्स्ट कॉल। ਤਾਂ ਇਹਦਾ ਮਤਲਬ ਕੀ ਹੈ ਕਿ ਉਹਨੇ 10 ਦੇ 10 रुपीज ਮੰਗਵਾਏ ਸੀਗੇ ਪਰਸਨ ਤੋਂ, ਉਹਦੀ ਸਿਰਫ ਕੀ ਗਈ ਹੋਈ ਹੈ ਐਪਲੀਕੇਸ਼ਨ ਮਨੀ ਗਈ ਹੋਈ ਹੈ। ਕਿੰਨੇ ਦੇ ਰੁਪਏ ਦੇ ਹਿਸਾਬ ਨਾਲ ਤੁਸੀਂ ਆਪ ਦੇਖ ਲਓ, 2 ਰੁਪਏ ਦੀ ਅਲੋਟਮੈਂਟ ਹੋਊਗੀ, 3 ਰੁਪਏ ਦੇ ਕੀ ਹੋ ਗਏ फाइनल कॉल 5 रुपीज ਇਹ बनते हैं ਤੇ ਜਿਹੜਾ ਬਕਾਇਆ ਰਹਿ ਗਿਆ ਉਹ ਕੀ ਹੋਏਗਾ ਐਪਲੀਕੇਸ਼ਨ ਮਨੀ। 500 into 5 2500 ਦੀ ਕੀ ਹੋਏਗੀ ਫੋਰਫੀਚਰ ਦੀ ਅਮਾਉਂਟ। ਸੋ ਸ਼ੇਅਰ ਕੈਪੀਟਲ ਦੇ ਵਿੱਚ ਆਪਾਂ ਕਿਵੇਂ ਲਿਖਾਂਗੇ ਰਾਜੇ, ਜਦੋਂ ਬੱਚੇ ਤੁਸੀਂ ਸ਼ੁਰੂ ਦੇ ਵਿੱਚ ਕੁਐਸਚਨ ਕਰੋਗੇ ਨਾ ਇਹ ਤਾਂ ਤੁਹਾਨੂੰ ਹੈਲਪਫੁਲ ਰਹੂਗਾ ਅਗਰ ਤੁਸੀਂ ਸਾਹਮਣੇ ਬ੍ਰੈਕਟ ਤੇ ਲਿਖ ਲਓ। ਜਿਵੇਂ ਮੈਂ 1 ਸਕਿੰਟ ਮੈਨੂੰ ਦਿਓ ਤੁਸੀਂ,
मैं थोड़ी हेल्प करदी हां कि किद्दां तुसीं क्वेश्चन है जिहड़ा बिल्कुल सिंपल तरीके दे नाल अगर शुरू करोगे तां बहुत हेल्पफुल होएगा तुहाडे लई। मैं पेन नाल नोट कर रही हूं बेटा, दस दी 1 मिनट तुहानूं स्क्रीन ते शो करदी हां। हाँ जी बच्चे, जे तुहानूं स्क्रीन शो हो रही है मेरी, मैं दिखाने की कोशिश कर रही हां। तुसीं ऐदां मल्टीप्लाई करके ना लिख सकते हो 500 into 10 शेयर कैपिटल दे सामने, ठीक है। ते उस तो बाद हैगा 500 into 2, ये हैगी अपना प्रीमियम दी अमाउंट। ते उस तो बाद हैगा अपने कोल 500 into 4, ये है अपनी अलॉटमेंट, ठीक है। टोटल अलॉटमेंट कितनी है 2000 दी, ते ਉਹਦੇ ਵਿੱਚੋਂ 1000 ਕੀ ਹੈ ਆਪਣਾ ਪ੍ਰੀਮੀਅਮ ਦਾ, ਇਹ ਆਪਾਂ ਨੇ ਅਲੱਗ ਤੋਂ ਸ਼ੋ ਕਰ ਦਿੱਤਾ ਹੈ। सो बेटा ਇੱਥੇ ਜਿਹੜਾ ਸੀਗਾ मैं ਤੁਹਾਨੂੰ ਜੇ ਤੁਸੀਂ ਕਹੋਗੇ मैं पिक सेंड कर दूंगी, ठीक है। ਤਾਂ ऐदां करके ਤੁਸੀਂ बिल्कुल शेयर कैपिटल ਦੇ ਸਾਹਮਣੇ अमाउंट ਨੂੰ ਲੈ ਕੇ ਜਿਹੜੀ ਹੈਗੀ ਹੈ ਤੁਸੀਂ पिक सॉरी ਤੁਸੀਂ अमाउंट ਨੂੰ ਸਾਹਮਣੇ ਲਿਖ ਸਕਦੇ ਹੋ ਤੇ ਤੁਹਾਨੂੰ ਫਿਰ ऐदां ਦੀ ਕੋਈ प्रॉब्लम नहीं आएगी। दिख ਰਿਹਾ ਰਾਜੇ ਮੇਰੇ कैमरा, मैं ਤੁਹਾਨੂੰ शो ਕਰਨ ਦੀ कोशिश कर रही ਹਾਂ। 500 into 10, 500 into 2, तो उसके बाद 500 into 4, 500 into 3, ठीक है। ओके एक चीज हो रहेगी सी अपने कोले। हेलो हेलो ऐदां सी बेटा, देखो ध्यान नाल, उधर भी 12 रुपीज बनणगे अपने कोले, ठीक है। 12
ਉੱਪਰ ਵੀ ਤੇ ਨੀਚੇ ਵੀ 12 ਰੁਪੀਜ਼ ਨੇ ਜਿਹੜੇ ਆਪਣੇ ਕੋਲੇ ਉਹ ਬਣਨੇ ਚਾਹੀਦੇ ਨੇ। ਠੀਕ ਹੈ, 10 ਮੰਗਵਾਏ ਸੀ 2 ਰੁਪਏ ਦਾ ਪ੍ਰੀਮੀਅਮ ਹੋ ਗਿਆ। ਉਸ ਤੋਂ ਬਾਅਦ ਅਲੋਟਮੈਂਟ ਕਿੰਨੇ ਦੀ ਸੀਗੀ, 4 ਦੀ, 3 ਦੀ ਫਸਟ। ਠੀਕ ਹੈ ਨਾ। ਸੋ ਇਹ ਸੀ ਆਪਣੇ ਕੁਐਸਚਨ ਰਾਜੇ 4 ਫੀਚਰ ਦੇ। ਸੋ 4 ਫੀਚਰ ਦੇ ਦੋ ਹੀ ਕਿਸਮਾਂ ਨੇ, ਇੱਕ ਤਾਂ ਐਟ ਪਾਰ ਤੇ ਇੱਕ ਹੁੰਦਾ 4 ਫੀਚਰ ਆਪਣਾ ਐਟ ਪ੍ਰੀਮੀਅਮ। ਹੁਣ ਜੇ ਇਸ ਦੇ ਵਿੱਚੋਂ ਕੋਈ ਤੁਹਾਨੂੰ ਪ੍ਰੋਬਲਮ ਲੱਗੀ ਹੈ ਜਾਂ ਕੁਝ ਵੀ ਡਾਊਟਫੁਲ ਲੱਗੀ ਹੈ ਤਾਂ ਹੁਣੇ ਪੁੱਛ ਸਕਦੇ ਹੋ ਰਾਜੇ ਤੁਸੀਂ ਮੇਰੇ ਤੋਂ। ਹਾਂਜੀ ਰਾਜੇ ਦੱਸ ਦਿਓ ਮੈਨੂੰ ਕਿਵੇਂ ਹੈ, ਸਹੀ ਹੈ, ਸਮਝ ਆ ਗਿਆ ਸਾਰਾ। ਹਾਂਜੀ ਰਾਜੇ ਕੁਛ ਨਹੀਂ ਪੁੱਛਣਾ ਤੁਸੀਂ ਇਹਦੇ ਵਿੱਚੋਂ। ਸੋ ਬੇਟਾ ਅਗਲੀ ਜਿਹੜੀ ਆਪਣੀ ਕਲਾਸ ਆ ਉਸਦੇ ਵਿੱਚ ਆਪਾਂ ਜਿਹੜੇ ਕੱਲ ਕੁਐਸਚਨ ਸੈਂਡ ਕੀਤੇ ਸੀਗੇ ਮੈਂ ਤੁਹਾਨੂੰ ਗਰੁੱਪ ਦੇ ਵਿੱਚ, ਆਪਾਂ ਉਹਨਾਂ ਨੂੰ ਡਿਸਕਸ ਕਰਦੇ ਆਂ ਵੀ ਕਿੱਥੇ ਕੀ ਚੀਜ਼ ਆਏਗੀ। ਜੇ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਉਹ ਡਾਊਟ ਵੀ ਕਲੀਅਰ ਕਰ ਸਕਦੇ ਹੋ। ਠੀਕ ਹੈ, ਅਗਲਾ ਲਿੰਕ ਹੈ ਜਿਹੜਾ ਉਹ ਮਿਲ ਜੇਗਾ ਤੁਹਾਨੂੰ। ਤੇ ਹੁਣ ਜੇ ਤੁਸੀਂ ਕੁਝ ਪੁੱਛਣਾ ਹੈ ਤੁਸੀਂ ਪੁੱਛ ਸਕਦੇ ਹੋ ਰਾਜੇ। ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਤਾਂ ਪੁੱਛੋ ਰਾਜੇ ਪਲੀਜ਼। ਇੰਨਾ ਮੈਂ ਬਾਰੀ ਬਾਰੀ ਕਹਿ ਰਹੀ ਹਾਂ। बेटा डिस्काउंट वाला ਆਪਾਂ ਕੋਈ ਟੌਪਿਕ ਨਹੀਂ ਕਰਨਾ ਤੇ ਜਿਸ ਤਰ੍ਹਾਂ ਇਹ ਵਾਲਾ ਟੌਪਿਕ ਸੀਗਾ ਇਹਨਾਂ ਨੇ ਕਿਹਾ ਸੀਗਾ ਕਿ ਡਿਸਕਾਊਂਟ ਆਫ ਸ਼ੇਅਰ ਜਿਸ ਡਿਸਕਾਊਂਟ ਤਾਂ ਹੁਣ ਹੈ ਹੀ ਨਹੀਂ ਆਪਣੇ ਸਿਲੇਬਸ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਦਾਨ ਲਿਮਟਿਡ ਇਨਵਾਈਟਡ ਐਪਲੀਕੇਸ਼ਨ ਫॉर
20,000 share of 100 each at a discount of 10% payable at 25 on application, 25 on allotment, 25 on first call and 15 on second and final call. ठीक है जी. रितु एक शेयर होल्डर है जो who applied for 1000 share was allotted 100 shares and excess application money adjusted against the allotment money. जो रितु है ने 1000 ਦੇ ਅਕੋਰਡਿੰਗ ਪੇਮੈਂਟ ਭੇਜਤੀ ਸੀਗੀ ਕੰਪਨੀ ਨੂੰ ਔਰ 600 ਉਹਨੂੰ ਅਲਾਟ ਹੋਏ ਸੀਗੇ ਸ਼ੇਅਰ. ਸੋ ਹੁਣ ਆਪਾਂ ਕੀ ਕਰਨਾ ਕਿ ਉਸ ਨੇ ਕੀ ਕੀਤਾ, ਉਸ ਤੋਂ ਫਸਟ तो आगे की है जी, excess application money adjusted against the allotment money on shares allotted. These were share were adjusted against the allotment money on the share allotted. These share were forfeited after the first call. फर्स्ट कॉल तक ਉਹ ਤੋਂ ਪੇਮੈਂਟ ਮੰਗਵਾਈ ਸੀ ਤੇ ਫਿਰ ਕੀ ਕਰ ਲਏ, ਸ਼ੇਅਰ ਫੋਰਫਿਟ ਕਰ ਲਏ. ਸੋ ਬੇਟਾ ਇੱਥੇ ਪਹਿਲਾਂ ਵਰਕਿੰਗ ਨੋਟ ਬਣਾਉਣਾ ਇੰਪੋਰਟੈਂਟ ਹੁੰਦਾ. ਤੁਸੀਂ ਦੇਖੋ ਵਰਕਿੰਗ ਨੋਟ ਤੁਹਾਨੂੰ ਆ ਦੇ ਰੱਖਿਆ. ठीक है. एप्लीकेशन मनी पेड बाय रितु ऑन 1000 शेयर. फर्स्ट ऑफ ऑल जो रितु है उन्हें 1000 शेयर्स ਲਈ ਅਪਲਾਈ ਕੀਤਾ और एप्लीकेशन मनी कितने रुपए ਸੀਗੀ 25 ईच. तो पेमेंट ਉਹਦੇ ਵੱਲੋਂ ਕਿੰਨੀ ਆ ਗਈ 25000 ਬਟ ਉਹਦੇ ਵੱਲ ਡਿਊ ਕਿੰਨੀ ਸੀਗੀ ਪੇਮੈਂਟ 600 ਦੇ ਅਕੋਰਡਿੰਗ 600 into 25 15000. सो एक्सेस मनी कितनी होगी अपने को 10,000. हुण इन्होंने है कि जो एक्सेस मनी है उन्होंने एडजस्ट कर दो किधर अलॉटमेंट च. हुण जो देखिया आपां ने कि 1000 शेयर सीगे जिहड़े उन्हें अप्लाई कीता ते तां इहदा मतलब उन्हें अलॉटमेंट भी नहीं दित्ती हैगी, फर्स्ट कॉल भी नहीं दित्ती हैगी. ठीक है. तां इत्थे जिहड़ा हैगा डिस्काउंट नूं आपां लेके नहीं चलना हैगा, डिस्काउंट नहीं लेके चल रहे. एक मिनट. पहला पॉइंट पढ़ो बच्चे, द अलॉटमेंट मनी एंड द फर्स्ट कॉल. अलॉटमेंट मनी ते फर्स्ट कॉल नहीं दित्तियां हैगी इन्हां ने ते की आ गया. ਇਹਦਾ मतलब की होएगा अलॉटमेंट ना मल्टीप्लाई करो जी. पहला ਉਹਦੇ 1000 ਉਹਦੇ 600 शेयर्स ਨੂੰ 600 into 25 कितना बन गया 12500. 600 into 25 सॉरी 15000 बट ਉਹਦਾ 10 ਦਾ ਪਹਿਲੇ ਹੀ ਕਿਹਾ ਸੀਗਾ ਐਕਸੈਸ ਮਨੀ ਨੂੰ ਕੀ ਕਰ ਦੋ ਐਡਜਸਟ ਕਰ ਦੋ. यानी कि 10,000 पहला ही उन्हें आ चुके सी. 5,000 की पेमेंट है जी की पई है ड्यू. उस तो बाद है बच्चे फर्स्ट कॉल किने दी है 25 दी. 25 into 600 ये भी किन्ने दी बन रही है अमाउंट 15,000 दी. ये भी नहीं दिते बट उन्हें दिता की है सिर्फ दिती आपां नूं टू शेयर फॉर फीचर कितनी अमाउंट आई अपने कोले 25,000 दी. ठीक है.